ਪਿਆਰੇ ਵਿਦਿਆਰਥੀਓ, ਅੱਜ ਆਪਾਂ ਨੈਸ ਸੈਂਪਲ ਪੇਪਰ 1 ਕਲਾਸ 10th ਸਮਾਜਿਕ ਸਿੱਖਿਆ ਨੂੰ ਡਿਟੇਲ ਵਿੱਚ ਕਰਾਂਗੇ। ਪ੍ਰਸ਼ਨ ਨੰਬਰ 1, ਇਹ ਮਿੱਟੀ ਦੇਸ਼ ਦੇ 24% ਖੇਤਰਫਲ ਵਿੱਚ ਪਾਈ ਜਾਂਦੀ ਹੈ। ਕਿਉਂਕਿ ਇਹ ਮਿੱਟੀ ਆਮ ਤੌਰ 'ਤੇ ਨਦੀਆਂ ਦੁਆਰਾ ਪਾਣੀ ਦੁਆਰਾ ਰੋੜ ਕੇ ਲਿਆਈ ਜਾਂਦੀ ਹੈ, ਇਸ ਲਈ ਇਸ ਨੂੰ ਜਲ ਪਲਸ ਰੋੜ ਮਿੱਟੀ ਵੀ ਕਿਹਾ ਜਾਂਦਾ ਹੈ। ਮੈਂ ਕਿਹੜੀ ਮਿੱਟੀ ਦੀ ਗੱਲ ਕਰ ਰਿਹਾ ਹਾਂ? ਬੀ ਆਪਸ਼ਨ ਜਲੋਢੀ ਮਿੱਟੀ। ਬੇਟੇ, ਜਲੋਢੀ ਮਿੱਟੀ ਦੇਸ਼ ਦੇ 24% ਖੇਤਰਫਲ ਵਿੱਚ ਮਿਲਦੀ ਹੈ ਅਤੇ ਇਸ ਨੂੰ ਜਲ ਪਲਸ ਰੋੜ ਮਿੱਟੀ ਵੀ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 2, ਕਿਸ ਤਰ੍ਹਾਂ ਦੀ ਜਲੋਢੀ ਮਿੱਟੀ ਵਿੱਚ ਬਰੀਕ ਕਣਾਂ ਵਾਲੇ ਗਾਰੇ ਦੀ ਮਾਤਰਾ ਵੱਧ ਹੋਣ ਕਾਰਨ ਇਹ ਘੱਟ ਮੁਸਾਮਦਾਰ, ਸਿੱਲੀਆਂ, ਮੱਲੜ ਵਾਲੀਆਂ ਅਤੇ ਭਾਰੀ ਹੁੰਦੀਆਂ ਹਨ, ਜੋ ਉੱਤਰ ਦੱਖਣ ਭਾਰਤ ਦੇ ਦਰਿਆਈ ਭਾਗਾਂ ਵਿੱਚ ਵੀ ਮਿਲਦੀਆਂ ਹਨ? ਸੀ ਆਪਸ਼ਨ ਡੈਲਟਾਈ ਜਲੋਢੀ ਮਿੱਟੀ। ਪ੍ਰਸ਼ਨ ਨੰਬਰ 3, ਭਾਰਤ ਦੇ ਨਕਸ਼ੇ ਵਿੱਚ ਰੰਗ ਕੀਤੇ ਰਾਜ ਵਿੱਚ ਕਿਸ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਬੇਟੇ, ਨਕਸ਼ੇ ਨੂੰ ਧਿਆਨ ਨਾਲ ਦੇਖੋ। ਇਸ ਦੇ ਵਿੱਚ ਜੋ ਰਾਜ ਤੁਹਾਨੂੰ ਰੰਗ ਕੀਤੇ ਦਰਸਾਏ ਨੇ ਉਹ ਸਾਰੇ ਉੱਤਰੀ ਵਿਸ਼ਾਲ ਮੈਦਾਨ ਦੇ ਰਾਜ ਹਨ ਅਤੇ ਇਹਨਾਂ ਦੇ ਵਿੱਚ ਜਿਹੜੀ ਮਿੱਟੀ ਪਾਈ ਜਾਂਦੀ ਹੈ ਉਹ ਹੈ ਜਲੋਢੀ ਮਿੱਟੀ। ਇਸ ਕਰਕੇ ਤੁਹਾਡਾ ਇਸ ਪ੍ਰਸ਼ਨ ਦਾ ਉੱਤਰ ਬੀ ਆਪਸ਼ਨ ਜਲੋਢੀ ਮਿੱਟੀ ਹੈ। ਪ੍ਰਸ਼ਨ ਨੰਬਰ 4, ਇਸ ਕਿਸਮ ਦੀ ਮਿੱਟੀ ਦਾ ਵਿਸਤਾਰ ਹਿਮਾਲਿਆ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਰਾਜਾਂ ਵਿੱਚ ਮਿਲਦਾ ਹੈ। ਹੇਠ ਲਿਖਿਆਂ ਵਿੱਚੋਂ ਮਿੱਟੀ ਦੀ ਇਹ ਕਿਹੜੀ ਕਿਸਮ ਹੈ? ਏ ਆਪਸ਼ਨ ਤਰਾਈ ਜਲੋਢੀ ਮਿੱਟੀ। ਪ੍ਰਸ਼ਨ ਨੰਬਰ 5, ਆਧੁਨਿਕ ਯੁੱਗ ਵਿੱਚ ਉਦਯੋਗਿਕ ਉੱਨਤੀ ਦਾ ਜਨਮਦਾਤਾ ਕਿਸ ਦੇਸ਼ ਨੂੰ ਮੰਨਿਆ ਜਾਂਦਾ ਹੈ? ਸੀ ਆਪਸ਼ਨ ਇੰਗਲੈਂਡ। ਪ੍ਰਸ਼ਨ ਨੰਬਰ 6, ਦੇਸ਼ ਵਿੱਚ ਕੋਲਾ ਉਤਪਾਦਨ ਦਾ 3/4 ਭਾਗ ਕਿਸ ਹਿੱਸੇ ਵਿੱਚ ਮਿਲਦਾ ਹੈ? ਸੀ ਆਪਸ਼ਨ ਦਮੋਦਰ ਨਦੀ ਘਾਟੀ। ਪ੍ਰਸ਼ਨ ਨੰਬਰ 7, ਸਾਗਰ ਸਮਰਾਟ ਨਾਂ ਦਾ ਸਮੁੰਦਰੀ ਜਹਾਜ਼ ਸਮੁੰਦਰੀ ਖੇਤਰ ਵਿੱਚੋਂ ਤੇਲ ਦੀ ਖੋਜ ਕਰਨ ਲਈ ਲਿਆ ਗਿਆ। ਇਹ ਕਿਸ ਦੇਸ਼ ਤੋਂ ਲਿਆ ਗਿਆ? ਬੀ ਆਪਸ਼ਨ ਜਾਪਾਨ। ਪ੍ਰਸ਼ਨ ਨੰਬਰ 8, ਭਾਰਤ ਦਾ ਸਭ ਤੋਂ ਪੁਰਾਣਾ ਪਰਮਾਣੂ ਕੇਂਦਰ ਕਿਹੜਾ ਹੈ? ਸੀ ਆਪਸ਼ਨ ਤਾਰਾਪੁਰ। ਪ੍ਰਸ਼ਨ ਨੰਬਰ 9, ਸ਼ੁਰੂਆਤ ਵਿੱਚ ਭਾਰਤੀ ਸੰਵਿਧਾਨ ਵਿੱਚ 395 ਅਨੁਛੇਦ ਅਤੇ 12 ਅਨੁਸੂਚੀਆਂ ਸਨ, ਪਰ ਸਮੇਂ-ਸਮੇਂ 'ਤੇ ਜ਼ਰੂਰਤ ਮਹਿਸੂਸ ਹੋਣ 'ਤੇ ਇਸ ਵਿੱਚ ਕਈ ਬਦਲਾਵ ਕੀਤੇ ਗਏ। ਅੱਜ ਇਸ ਵਿੱਚ 100 ਤੋਂ ਉੱਪਰ ਸੋਧਾਂ ਹੋ ਚੁੱਕੀਆਂ ਹਨ। ਇਹਨਾਂ ਸੋਧਾਂ ਦਾ ਹੋਣਾ ਭਾਰਤੀ ਸੰਵਿਧਾਨ ਦੀ ਕਿਸ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ? ਡੀ ਆਪਸ਼ਨ ਲਚਕੀਲਾ ਅਤੇ ਕਠੋਰ ਸੰਵਿਧਾਨ। ਪ੍ਰਸ਼ਨ ਨੰਬਰ 10, ਨਕਸ਼ੇ ਵਿੱਚ ਦਰਸਾਏ ਗਏ ਸਥਾਨ ਕਿਹੜੇ ਖਣਿਜ ਪਦਾਰਥ ਲਈ ਪ੍ਰਸਿੱਧ ਹਨ? ਬੇਟੇ, ਨਕਸ਼ੇ ਨੂੰ ਤੁਸੀਂ ਧਿਆਨ ਨਾਲ ਦੇਖੋ। ਇਸ ਵਿੱਚ ਝਰੀਆ, ਬੋਕਾਰੋ ਅਤੇ ਰਾਣੀਗੰਜ ਪ੍ਰਦੇਸ਼ ਤੁਹਾਨੂੰ ਦਿਖਾਏ ਗਏ ਨੇ ਅਤੇ ਇਹ ਸਥਾਨ ਕੋਲੇ ਦੇ ਲਈ ਪ੍ਰਸਿੱਧ ਨੇ। ਇਸ ਕਰਕੇ ਇਸ ਪ੍ਰਸ਼ਨ ਦਾ ਉੱਤਰ ਬੀ ਆਪਸ਼ਨ ਕੋਲਾ ਹੈ। ਪ੍ਰਸ਼ਨ ਨੰਬਰ 11, ਉਪਰੋਕਤ ਟੇਬਲ ਅਨੁਸਾਰ ਵਣਾਂ ਅਧੀਨ ਭੂਮੀ ਕਿਸ ਦੇਸ਼ ਦੀ ਸਭ ਤੋਂ ਵੱਧ ਹੈ? ਬੇਟੇ, ਜਿਹੜੀ ਟੇਬਲ ਤੁਹਾਨੂੰ ਦਿੱਤੀ ਗਈ ਹੈ ਉਸ ਦੇ ਵਿੱਚ ਤੁਸੀਂ ਦੂਜੇ ਨੰਬਰ 'ਤੇ ਵਣ ਭੂਮੀ ਦੀ ਇੰਡੈਕਸ ਦੇਖੋ ਅਤੇ ਨਾਲ ਹੀ ਦੇਸ਼ਾਂ ਨੂੰ ਦੇਖੋ। ਕੈਨੇਡਾ ਦੇ ਵਿੱਚ 33% ਵਣ ਭੂਮੀ, ਚੀਨ ਦੇ ਵਿੱਚ 14%, ਭਾਰਤ ਦੇ ਵਿੱਚ 22% ਅਤੇ ਜਾਪਾਨ ਦੇ ਵਿੱਚ 68% ਦਿੱਤੀ ਗਈ ਹੈ। ਅਤੇ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਦੇਸ਼ ਦੀ ਸਭ ਤੋਂ ਵੱਧ
ਵਣ ਅਧੀਨ ਭੂਮੀ ਪੁੱਛਿਆ ਹੈ। ਇਸ ਕਰਕੇ 68 ਆਪਸ਼ਨ ਜਿਹੜਾ ਕਿ ਜਾਪਾਨ ਦੇਸ਼ ਦਾ ਹੈ ਉਹ ਬਿਲਕੁਲ ਸਹੀ ਹੈ। ਇਸ ਕਰਕੇ ਪ੍ਰਸ਼ਨ ਅਨੁਸਾਰ ਤੁਹਾਡਾ ਡੀ ਆਪਸ਼ਨ ਜਾਪਾਨ ਸਹੀ ਉੱਤਰ ਹੈ। ਪ੍ਰਸ਼ਨ ਨੰਬਰ 12, ਭਾਰਤ ਦੇ ਨਕਸ਼ੇ ਵਿੱਚ ਰੰਗਦਾਰ ਭਾਗ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸਮ ਦੀ ਮਿੱਟੀ ਹੋਣ ਬਾਰੇ ਦੱਸਦਾ ਹੈ। ਬੇਟੇ ਧਿਆਨ ਨਾਲ ਦੇਖੋ, ਇਹ ਸਾਰੇ ਪ੍ਰਦੇਸ਼ ਜਿਹੜੇ ਤੁਹਾਨੂੰ ਡਾਰਕ ਕਰਕੇ ਦਿਖਾਏ ਨੇ, ਇਹ ਨਦੀਆਂ ਦੁਆਰਾ ਪਾਣੀ ਪੈਣ ਦੇ ਕਾਰਨ ਗਿੱਲਾ ਰਹਿਣ ਵਾਲਾ ਸਿੱਲਾ ਪ੍ਰਦੇਸ਼ ਹੈ ਅਤੇ ਇੱਥੇ ਜਿਹੜੀ ਮਿੱਟੀ ਪਾਈ ਜਾਂਦੀ ਹੈ ਉਸ ਨੂੰ ਮੈਂਗਰੋਵ, ਜਵਾਰੀ ਅਤੇ ਡੈਲਟਾਈ ਤਿੰਨੇ ਹੀ ਮਿੱਟੀਆਂ ਕਿਹਾ ਜਾਂਦਾ ਹੈ ਅਤੇ ਇਸ ਕਰਕੇ ਤੁਹਾਡਾ ਉੱਤਰ ਡੀ ਆਪਸ਼ਨ ਉਕਤ ਸਾਰੇ ਸਹੀ ਹੈ। ਪ੍ਰਸ਼ਨ ਨੰਬਰ 13, ਬੰਗਾਲ ਦੀ ਦਹਿਸ਼ਤ ਕਿਸ ਨੂੰ ਕਿਹਾ ਜਾਂਦਾ ਹੈ? ਬੀ ਆਪਸ਼ਨ ਜਲ ਹਾਈਆਸਿੰਥ। ਪ੍ਰਸ਼ਨ ਨੰਬਰ 14, ਦੀਦਾਰ ਸਿੰਘ ਨੇ ਅੱਜ ਨੈਸ ਦੀ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਉਸ ਰਾਜ ਬਾਰੇ ਪੁੱਛਿਆ ਜਿੱਥੇ ਸਭ ਤੋਂ ਵੱਧ ਜੰਗਲ ਪਾਏ ਜਾਂਦੇ ਹਨ। ਤੁਸੀਂ ਅਧਿਆਪਕਾਂ ਨੂੰ ਸਹੀ ਉੱਤਰ ਦੀ ਚੋਣ ਲਈ ਕੀ ਸਲਾਹ ਦਿਓਗੇ? ਡੀ ਆਪਸ਼ਨ ਬਿਹਾਰ। ਪ੍ਰਸ਼ਨ ਨੰਬਰ 15, ਕਿਸੇ ਦੇਸ਼ ਦੇ ਲੋਕਾਂ ਨੂੰ ਇੱਕ ਨਿਸ਼ਚਿਤ ਅਵਧੀ ਵਿੱਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਨੂੰ ਕੀ ਕਿਹਾ ਜਾਂਦਾ ਹੈ? ਡੀ ਆਪਸ਼ਨ ਪ੍ਰਤੀ ਵਿਅਕਤੀ ਆਮਦਨ। ਪ੍ਰਸ਼ਨ ਨੰਬਰ 16, ਸੁਨੀਲ ਕੁਮਾਰ ਆਪਣਾ ਪਿੰਡ ਛੱਡ ਕੇ ਬਿਹਾਰ ਵਿੱਚ ਪਟਨਾ ਵਿਖੇ ਜਾ ਕੇ ਰਿਹਾਇਸ਼ ਕਰ ਲੈਂਦਾ ਹੈ। ਇਸ ਤਰ੍ਹਾਂ ਦੇ ਧਰਾਤਲ ਵਾਲੇ ਖੇਤਰ ਵਿੱਚ ਭਾਰਤ ਦਾ ਕੁੱਲ ਕਿੰਨੇ ਪ੍ਰਤੀਸ਼ਤ ਜੰਗਲ ਖੇਤਰ ਮਿਲਦਾ ਹੈ? ਡੀ ਆਪਸ਼ਨ 5%। ਬੇਟੇ ਇਸ ਦਾ ਆਨਸਰ 5% ਸਹੀ ਹੈ ਕਿਉਂਕਿ ਬਿਹਾਰ ਉੱਤਰ ਦੇ ਵਿਸ਼ਾਲ ਮੈਦਾਨਾਂ ਦੇ ਅੰਤਰਗਤ ਆਉਂਦਾ ਹੈ। ਬਾਕੀ ਆਪਸ਼ਨ ਜਿਵੇਂ ਕਿ 57% ਇਹ ਪ੍ਰਾਇਦੀਪੀ ਪਠਾਰਾਂ ਦਾ, 18% ਹਿਮਾਲਿਆ ਪਰਬਤੀ ਖੇਤਰਾਂ ਦਾ ਅਤੇ 10% ਪੂਰਬੀ ਪੱਛਮੀ ਤਟਵਰਤੀ ਮੈਦਾਨਾਂ ਦਾ ਖੇਤਰ ਹੈ। ਇਸ ਕਰਕੇ ਸਭ ਤੋਂ ਘੱਟ ਪ੍ਰਤੀਸ਼ਤ ਖੇਤਰਫਲ ਉੱਤਰੀ ਵਿਸ਼ਾਲ ਮੈਦਾਨਾਂ ਦਾ 5% ਹੈ ਅਤੇ ਬਿਹਾਰ ਉੱਤਰੀ ਵਿਸ਼ਾਲ ਮੈਦਾਨਾਂ ਦੇ ਅੰਤਰਗਤ ਆਉਂਦਾ ਹੈ। ਪ੍ਰਸ਼ਨ ਨੰਬਰ 17, ਇਸਪਾਤ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਸਤੇ ਉਸ ਵਿੱਚ ਮੇਰਾ ਮਿਸ਼ਰਣ ਮਿਲਾਇਆ ਜਾਂਦਾ ਹੈ। ਮੈਂ ਇੱਕ ਖਣਿਜ ਹਾਂ। ਭਾਰਤ ਵਿੱਚ ਉੜੀਸਾ ਰਾਜ ਮੇਰਾ ਸਭ ਤੋਂ ਵੱਡਾ ਉਤਪਾਦਕ ਰਾਜ ਹੈ। ਕੀ ਤੁਸੀਂ ਹੇਠਾਂ ਲਿਖੇ ਖਣਿਜਾਂ ਵਿੱਚੋਂ ਮੈਨੂੰ ਪਹਿਚਾਣ ਸਕਦੇ ਹੋ? ਇਸ ਦਾ ਆਨਸਰ ਬੇਟੇ ਏ ਆਪਸ਼ਨ ਮੈਗਨੀਜ਼ ਹੈ ਕਿਉਂਕਿ ਮੈਗਨੀਜ਼ ਹੀ ਇਸਪਾਤ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਅਤੇ ਇਹ ਦੇਸ਼ ਦੇ ਉੜੀਸਾ ਰਾਜ ਦੇ ਵਿੱਚ ਸਭ ਤੋਂ ਵੱਧ ਮਾਤਰਾ ਦੇ ਵਿੱਚ ਮਿਲਦਾ ਹੈ। ਪ੍ਰਸ਼ਨ ਨੰਬਰ 18, ਜਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰ ਖਾਨਪੁਰ ਵਿੱਚ 12ਵੀਂ ਜਮਾਤ ਵਿੱਚ ਪੜ੍ਹਦਾ ਹੈ। ਇੱਕ ਦਿਨ ਉਹ ਆਪਣੇ ਕੁਝ ਦੋਸਤਾਂ ਨਾਲ ਆਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਜਾਂਦਾ ਹੈ। ਮੱਥਾ ਟੇਕਣ ਤੋਂ ਬਾਅਦ ਸਾਰੇ ਭਾਖੜਾ ਡੈਮ ਦੇਖਣ ਲਈ ਚਲੇ ਜਾਂਦੇ ਹਨ। ਭਾਖੜਾ ਡੈਮ ਦੇਖਣ ਤੋਂ ਬਾਅਦ ਜਸ਼ਨ ਆਪਣੇ ਦੋਸਤ ਰਫੀ ਨੂੰ ਪੁੱਛਦਾ ਹੈ ਕਿ ਇੱਥੇ ਇੰਨੇ ਪਾਣੀ ਦਾ ਕੀ ਕੀਤਾ ਜਾਂਦਾ ਹੈ, ਤਾਂ ਉਸ ਦਾ ਦੋਸਤ ਆਖਦਾ ਹੈ ਕਿ ਇੱਥੇ ਬਿਜਲੀ ਤਿਆਰ ਕੀਤੀ ਜਾਂਦੀ ਹੈ। ਵਿਦਿਆਰਥੀਓ, ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਮੁੱਖ ਰੂਪ ਵਿੱਚ ਬਿਜਲੀ ਦੇ ਕਿਹੜੇ ਸਾਧਨ ਹਨ? ਬੇਟੇ ਇਸ ਦੇ ਵਿੱਚ ਤੁਹਾਨੂੰ ਜਿਹੜੇ ਆਪਸ਼ਨ ਦਿੱਤੇ ਗਏ ਨੇ, ਪਣ ਬਿਜਲੀ, ਤਾਪ ਬਿਜਲੀ, ਪਰਮਾਣੂ ਬਿਜਲੀ, ਇਹ ਸਾਰੇ ਹੀ ਬਿਜਲੀ ਦੇ ਸਾਧਨ ਹਨ। ਇਸ ਕਰਕੇ ਇਸ ਦਾ ਆਨਸਰ ਡੀ ਆਪਸ਼ਨ ਉਪਰੋਕਤ ਸਾਰੇ ਸਹੀ ਹੈ। ਪ੍ਰਸ਼ਨ ਨੰਬਰ 19, ਅਜਿਹੀ ਮਿੱਟੀ ਦਾ ਨਿਰਮਾਣ ਹਿਮਾਲਿਆ ਅਤੇ ਦੱਖਣੀ ਪਠਾਰ ਦੀਆਂ ਪਹਾੜੀ ਢਲਾਨਾਂ ਤੋਂ ਨਦੀਆਂ ਦੁਆਰਾ
ਰੋੜ ਕੇ ਲਿਆਂਦੇ ਗਏ ਮਲਬੇ ਦੇ ਤਈਆਂ ਵਿੱਚ ਜਮ੍ਹਾਂ ਤੋਂ ਹੋਇਆ ਹੈ। ਬੱਚਿਓ ਦੱਸੋ, ਇਸ ਤਰ੍ਹਾਂ ਜਮ੍ਹਾਂ ਨਾਲ ਕਿਹੜੀ ਮਿੱਟੀ ਦਾ ਨਿਰਮਾਣ ਹੋਇਆ ਹੈ? ਸੀ ਆਪਸ਼ਨ ਜਲੋਢੀ ਮਿੱਟੀ। ਪ੍ਰਸ਼ਨ ਨੰਬਰ 20, ਅਰਧ ਖੁਸ਼ਕ ਪਤਝੜੀ ਬਨਸਪਤੀ ਵਿੱਚ ਕੰਡੇਦਾਰ ਝਾੜੀਆਂ ਅਤੇ ਘਾਹ ਦੇ ਸਵਾਨਾ ਮੈਦਾਨਾਂ ਦੀ ਤਰ੍ਹਾਂ ਘਾਹ ਨਜ਼ਰ ਆਉਂਦੀ ਹੈ। ਇਸ ਘਾਹ ਨੂੰ ਕੀ ਕਿਹਾ ਜਾਂਦਾ ਹੈ? ਬੇਟੇ, ਇਸ ਪ੍ਰਸ਼ਨ ਦੇ ਆਪਸ਼ਨ ਤੁਸੀਂ ਧਿਆਨ ਨਾਲ ਦੇਖੋ। ਇਹ ਆਪਸ਼ਨ ਮੰਝ ਦੀ ਥਾਂ 'ਤੇ ਤੁਸੀਂ ਮੁੰਝ ਪੜ੍ਹਨਾ ਹੈ। ਬੀ ਆਪਸ਼ਨ ਕਾਂਸ ਅਤੇ ਸੀ ਆਪਸ਼ਨ ਸਵਾਨਾ ਨੂੰ ਤੁਸੀਂ ਸਵਾਈ ਪੜ੍ਹਨਾ ਹੈ, ਕਿਉਂਕਿ ਇਸ ਘਾਹ ਨੂੰ ਮੁੰਝ, ਕਾਂਸ ਅਤੇ ਸਵਾਈ ਕਿਹਾ ਜਾਂਦਾ ਹੈ। ਇਸ ਕਰਕੇ ਇਸ ਪ੍ਰਸ਼ਨ ਦਾ ਉੱਤਰ ਡੀ, ਉਕਤ ਸਾਰੇ ਸਹੀ ਹੈ। ਪ੍ਰਸ਼ਨ ਨੰਬਰ 21, ਦਿੱਤੇ ਨਕਸ਼ੇ ਵਿੱਚ ਦਿਖਾਇਆ ਖੇਤਰ ਉਸ ਮਿੱਟੀ ਦਾ ਖੇਤਰ ਹੈ ਜਿਸ ਨੂੰ ਰੇਗੂਰ ਮਿੱਟੀ ਵੀ ਕਿਹਾ ਜਾਂਦਾ ਹੈ। ਬੱਚਿਓ ਦੱਸੋ, ਇਹ ਕਿਹੜੀ ਮਿੱਟੀ ਦਾ ਖੇਤਰ ਹੈ? ਬੇਟੇ, ਨਕਸ਼ੇ ਵਿੱਚ ਧਿਆਨ ਨਾਲ ਦੇਖੋ। ਜਿਹੜਾ ਖੇਤਰ ਤੁਹਾਨੂੰ ਦਿਖਾਇਆ ਗਿਆ ਹੈ ਉਹ ਕਾਲੀ ਮਿੱਟੀ ਦਾ ਖੇਤਰ ਹੈ। ਇਸ ਕਰਕੇ ਇਸ ਦਾ ਉੱਤਰ ਬੀ ਆਪਸ਼ਨ ਕਾਲੀ ਮਿੱਟੀ ਹੈ ਅਤੇ ਇਹ ਮਿੱਟੀ ਕਪਾਹ ਦੀ ਫਸਲ ਲਈ ਮਸ਼ਹੂਰ ਹੈ। ਪ੍ਰਸ਼ਨ ਨੰਬਰ 22, ਹੇਠ ਲਿਖੇ ਚਿੱਤਰ ਅਨੁਸਾਰ ਪ੍ਰਾਇਦੀਪੀ ਪਠਾਰ ਅਤੇ ਉਸ ਦੀ ਪਹਾੜੀਆਂ ਉੱਤੇ ਦੇਸ਼ ਦੇ ਕੁੱਲ ਕਿੰਨੇ ਪ੍ਰਤੀਸ਼ਤ ਹਿੱਸੇ ਦੇ ਜੰਗਲ ਮਿਲਦੇ ਹਨ? ਬੇਟੇ, ਇਸ ਪ੍ਰਸ਼ਨ ਲਈ ਤੁਸੀਂ ਦਿੱਤੇ ਪਾਈ ਚਾਰਟ ਨੂੰ ਧਿਆਨ ਨਾਲ ਦੇਖੋ। ਇਸ ਵਿੱਚ ਹਿਮਾਲਿਆ 18%, ਪੂਰਬੀ ਘਾਟ 10%, ਪੱਛਮੀ ਘਾਟ 10%, ਮੈਦਾਨ 5% ਦਿੱਤੇ ਗਏ ਨੇ ਅਤੇ ਪ੍ਰਾਇਦੀਪੀ ਪਠਾਰ ਪੁੱਛਿਆ ਗਿਆ ਹੈ ਅਤੇ ਇਸ ਲਈ ਆਪਾਂ ਨੂੰ ਕੁਐਸਚਨ ਮਾਰਕ ਲਾ ਕੇ ਦਿਖਾਇਆ ਗਿਆ। ਬੱਚਿਓ, ਇਸ ਪ੍ਰਸ਼ਨ ਲਈ ਤੁਸੀਂ 18%, 10%, 10% ਅਤੇ 5% ਨੂੰ ਆਪਸ ਵਿੱਚ ਜੋੜਨਾ ਹੈ ਅਤੇ ਜਿਹੜੀ ਰਕਮ ਆਊਗੀ ਉਸ ਨੂੰ 100 ਦੇ ਵਿੱਚੋਂ ਘਟਾ ਦੇਣਾ ਹੈ। ਬੇਟੇ, ਸੰਖਿਆਵਾਂ ਨੂੰ ਜੋੜਨ ਤੋਂ ਬਾਅਦ ਤੁਹਾਨੂੰ 43 ਸੰਖਿਆ ਮਿਲੂਗੀ ਅਤੇ 100 ਦੇ ਵਿੱਚੋਂ 43 ਘਟਾਉਣ ਤੋਂ ਬਾਅਦ 57% ਮਿਲੂਗਾ, ਜਿਹੜਾ ਕਿ ਪ੍ਰਾਇਦੀਪੀ ਪਠਾਰਾਂ ਦਾ ਪ੍ਰਦੇਸ਼ ਹੈ। ਇਸ ਕਰਕੇ ਬੇਟੇ ਇਸ ਦਾ ਆਨਸਰ ਸੀ ਆਪਸ਼ਨ 57% ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 23, ਇਹ ਵਿਸ਼ਵ ਦੇ ਇਤਿਹਾਸ ਦੀ ਇੱਕ ਮਹਾਨ ਘਟਨਾ ਸੀ ਜਿਸ ਨੇ ਮਨੁੱਖਤਾ ਨੂੰ ਸੁਤੰਤਰਤਾ, ਸਮਾਨਤਾ ਅਤੇ ਭਰਾਤਰੀ ਭਾਵ ਦੇ ਵਿਚਾਰ ਦਿੱਤੇ। ਇਸ ਦਾ ਆਨਸਰ ਬੇਟੇ ਬੀ ਆਪਸ਼ਨ ਹੈ, ਫਰਾਂਸ ਦੀ ਕ੍ਰਾਂਤੀ। ਪ੍ਰਸ਼ਨ ਨੰਬਰ 24, ਜਿਸ ਨੇ ਸੰਵਿਧਾਨਕ ਰਾਜਤੰਤਰ ਦੀ ਰੂਪ ਰੇਖਾ ਤਿਆਰ ਕੀਤੀ ਅਤੇ ਰਾਜੇ ਦੇ ਦੈਵੀ ਅਧਿਕਾਰਾਂ ਨੂੰ ਚੁਣੌਤੀ ਦਿੱਤੀ। ਇਸ ਨੇ ਸਰਕਾਰ ਦੀਆਂ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ 'ਤੇ ਆਧਾਰਿਤ ਕਰਨ 'ਤੇ ਜ਼ੋਰ ਦਿੱਤਾ। ਇਹ ਫਰਾਂਸ ਦਾ ਮਹਾਨ ਦਾਰਸ਼ਨਿਕ ਕੌਣ ਸੀ? ਬੇਟੇ, ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਡੀ ਆਪਸ਼ਨ ਮਾਂਟੇਸਕਿਊ, ਕਿਉਂਕਿ ਮਾਂਟੇਸਕਿਊ ਨੇ ਹੀ ਸ਼ਕਤੀਆਂ ਦੀ ਵੰਡ 'ਤੇ ਜ਼ੋਰ ਦਿੱਤਾ ਸੀ। ਪ੍ਰਸ਼ਨ ਨੰਬਰ 25, ਫਰਾਂਸ ਦੇ ਇਤਿਹਾਸ ਦਾ ਇਹ ਕਿਹੜਾ ਮਹੱਤਵਪੂਰਨ ਦਿਨ ਸੀ ਜਿਸ ਦਿਨ ਤੀਸਰੇ ਵਰਗ ਨੇ ਇੱਕ ਦਲੇਰ ਕਦਮ ਚੁੱਕਿਆ ਅਤੇ ਆਪਣੇ ਆਪ ਨੂੰ ਇੱਕ ਰਾਸ਼ਟਰੀ ਪਰਿਸ਼ਦ ਘੋਸ਼ਿਤ ਕੀਤਾ? ਇਸ ਦਾ ਆਨਸਰ ਹੈ ਬੇਟੇ ਏ ਆਪਸ਼ਨ 17 ਜੂਨ 1799। ਪ੍ਰਸ਼ਨ ਨੰਬਰ 26, ਇਸ ਦੇਸ਼ ਵਿੱਚ 1917 ਈਸਵੀ ਨੂੰ ਇੱਕ ਮਹਾਨ ਪਰਿਵਰਤਨ ਆਇਆ ਜਿਸ ਦਾ ਸਿਹਰਾ ਕਾਰਲ ਮਾਰਕਸ ਅਤੇ ਲੈਨਿਨ ਨੂੰ ਜਾਂਦਾ ਹੈ। ਤਸਵੀਰ ਵਿੱਚੋਂ ਇਸ ਦੇਸ਼ ਦੀ ਪਛਾਣ ਕਰੋ। ਬੇਟੇ, ਇਸ ਦੇ ਲਈ ਤੁਸੀਂ ਮੈਪ ਨੂੰ ਦੇਖੋ
ਜਿਹੜੀ ਥਾਂ ਪੁੱਛੀ ਗਈ ਹੈ ਉਹ ਰੂਸ ਦੀ ਹੈ। ਅਤੇ ਨਾਲ ਹੀ ਪ੍ਰਸ਼ਨ ਦੇ ਵਿੱਚ ਆਪਾਂ ਨੂੰ 1917 ਦਿੱਤਾ ਗਿਆ ਹੈ। ਇਹ ਵੀ ਰੂਸ ਦੀ ਕ੍ਰਾਂਤੀ ਨੂੰ ਇੰਡੀਕੇਟ ਕਰਦਾ ਹੈ। ਅਤੇ ਕਾਰਲ ਮਾਰਕਸ ਅਤੇ ਲੈਨਿਨ ਇਹ ਦੋਵੇਂ ਹੀ ਰੂਸ ਦੇ ਨਾਲ ਜੁੜੇ ਹੋਏ ਨੇ। ਇਸ ਕਰਕੇ ਬੇਟੇ ਇਸ ਪ੍ਰਸ਼ਨ ਦਾ ਸਹੀ ਉੱਤਰ ਸੀ ਆਪਸ਼ਨ ਰੂਸ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 27, ਟਰਾਸਕੀ ਇੱਕ ਡੈਸ਼ ਨੇਤਾ ਸਨ। ਬੀ ਆਪਸ਼ਨ ਉਦਾਰਵਾਦੀ। ਅਤੇ ਨਾਲ ਹੀ ਬੇਟੇ ਆਪਾਂ ਨੂੰ ਯਾਦ ਰੱਖਣਾ ਹੈ ਟਰਾਸਕੀ ਮੈਨਸ਼ੇਵਿਕ ਪਾਰਟੀ ਦਾ ਮੁੱਖ ਨੇਤਾ ਸੀ। ਪ੍ਰਸ਼ਨ ਨੰਬਰ 28, ਰੂਸ ਵਿੱਚ ਪ੍ਰਾਵਦਾ ਨਾਮ ਦੀ ਅਖਬਾਰ ਜਾਰੀ ਕੀਤੀ ਗਈ, ਉਸ ਦਾ ਮੁੱਖ ਮੰਤਵ ਕੀ ਸੀ? ਬੇਟੇ ਆਪਸ਼ਨ ਧਿਆਨ ਨਾਲ ਦੇਖੋ। ਯੁੱਧ ਰੋਕਣਾ, ਕਿਸਾਨਾਂ ਨੂੰ ਖੇਤ ਦੇਣਾ, ਗਰੀਬਾਂ ਨੂੰ ਰੋਟੀ ਦੇਣਾ। ਇਹ ਤਿੰਨੋਂ ਹੀ ਪ੍ਰਾਵਦਾ ਅਖਬਾਰ ਦੇ ਵਿੱਚ ਸ਼ਾਮਿਲ ਸੀ ਅਤੇ ਉਹਨਾਂ ਦਾ ਮੁੱਖ ਮੰਤਵ ਸੀ। ਇਸ ਕਰਕੇ ਤੁਹਾਡਾ ਡੀ ਆਪਸ਼ਨ ਉਕਤ ਸਾਰੇ ਸਹੀ ਹੈ। ਪ੍ਰਸ਼ਨ ਨੰਬਰ 29, ਰੂਸ ਚੱਲ ਰਹੇ ਗਰੀਬ ਗ੍ਰਿਗੋਰਾਈ ਕੈਲੰਡਰ ਅਤੇ ਜੂਲੀਅਨ ਕੈਲੰਡਰ ਵਿੱਚ ਕਿੰਨੇ ਦਿਨਾਂ ਦਾ ਅੰਤਰ ਸੀ? ਡੀ ਆਪਸ਼ਨ 13। ਪ੍ਰਸ਼ਨ ਨੰਬਰ 30, ਬੱਚਿਓ ਅਸੀਂ ਜਾਣਦੇ ਹਾਂ ਕਿ ਭਾਰਤ ਜਨਸੰਖਿਆ ਵਿੱਚ ਸੰਸਾਰ ਵਿੱਚ ਚੀਨ ਤੋਂ ਬਾਅਦ ਦੂਸਰੇ ਸਥਾਨ 'ਤੇ ਹੈ। ਭਾਰਤ ਦੀ ਜਨਸੰਖਿਆ ਹਰ 10 ਸਾਲ ਬਾਅਦ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਪਰ ਤੁਹਾਨੂੰ ਪਤਾ ਕਿ ਇੱਕ ਦਹਾਕਾ ਅਜਿਹਾ ਵੀ ਆਇਆ ਸੀ ਜਦੋਂ ਭਾਰਤ ਦੀ ਜਨਸੰਖਿਆ ਵਧਣ ਦੀ ਥਾਂ ਘਟ ਗਈ ਸੀ। ਹੇਠਾਂ ਦਿੱਤੇ ਬਾਰ ਗ੍ਰਾਫ ਵਿੱਚੋਂ ਉਹ ਸਾਲ ਪਤਾ ਕਰੋ। ਬੇਟੇ ਤੁਹਾਨੂੰ ਇੱਕ ਸਾਰਣੀ ਦਿੱਤੀ ਗਈ ਹੈ ਜਿਸ ਦੇ ਵਿੱਚ ਤੁਹਾਨੂੰ ਸਾਲ, ਜਨਮ ਦਰ, ਮੌਤ ਦਰ ਅਤੇ ਵਾਧਾ ਦਰ ਦਿੱਤੀ ਗਈ ਹੈ। ਇਸ ਦੇ ਵਿੱਚ ਤੁਸੀਂ ਸਾਲ ਦੇ ਕਾਲਮ ਅਤੇ ਵਾਧਾ ਦਰ ਦੇ ਕਾਲਮ ਨੂੰ ਦੇਖਣਾ ਹੈ। ਪਹਿਲਾਂ ਬੇਟਾ ਤੁਸੀਂ ਵਾਧਾ ਦਰ ਦੀ ਕਾਲਮ ਨੂੰ ਦੇਖੋ। ਉਸ ਦੇ ਵਿੱਚ ਤੁਹਾਨੂੰ 7, 1, 10 ਅਤੇ 14 ਦਿੱਤੇ ਗਏ ਹੈ। ਵਾਧਾ ਦਰ ਸਭ ਤੋਂ ਘੱਟ ਆਪਾਂ ਨੂੰ 1 ਦਿੱਤੀ ਗਈ ਹੈ ਅਤੇ ਇਸ ਨੂੰ ਆਪਾਂ ਸਾਲ ਦੇ ਨਾਲ ਜੋੜਨਾ ਹੈ। ਵਾਧਾ ਦਰ 1 1911 ਅਤੇ 21 ਦੇ ਸਾਲ ਦੇ ਦਰਮਿਆਨ ਰਹੀ ਹੈ। ਇਸ ਕਰਕੇ ਬੇਟੇ ਸਭ ਤੋਂ ਘੱਟ ਵਾਧਾ ਦਰ 1911 ਅਤੇ 21 ਦੇ ਵਿਚਕਾਰ ਰਹੀ। ਇਸ ਕਰਕੇ ਤੁਸੀਂ ਬੀ ਆਪਸ਼ਨ 1911 ਅਤੇ 21 ਨੂੰ ਲਾਉਣਾ ਹੈ। ਪ੍ਰਸ਼ਨ ਨੰਬਰ 31, ਇਸ ਨਕਸ਼ੇ ਵਿੱਚ ਲਾਲ ਰੰਗ ਨਾਲ ਕਲਰ ਕੀਤੇ ਰਾਜ ਨੂੰ ਧਿਆਨ ਨਾਲ ਦੇਖੋ। ਇਹ ਰਾਜ ਭਾਰਤ ਦਾ ਉਹ ਰਾਜ ਹੈ ਜਿੱਥੇ ਦਾ ਲਿੰਗ ਅਨੁਪਾਤ 1000 ਮਰਦਾਂ ਪਿੱਛੋਂ 877 ਔਰਤਾਂ ਦਾ ਹੈ, ਜੋ ਕਿ ਭਾਰਤ ਵਿੱਚ ਸਭ ਤੋਂ ਘੱਟ ਹੈ। ਇਸ ਰਾਜ ਦਾ ਨਾਮ ਦੱਸੋ। ਬੇਟੇ ਨਕਸ਼ੇ ਦੇ ਵਿੱਚ ਜਿਹੜਾ ਰਾਜ ਤੁਹਾਨੂੰ ਦਰਸਾਇਆ ਗਿਆ ਹੈ ਉਹ ਹਰਿਆਣਾ ਰਾਜ ਹੈ ਅਤੇ ਇੱਥੇ 1000 ਮਰਦਾਂ ਪਿੱਛੇ 877 ਔਰਤਾਂ ਦਾ ਲਿੰਗ ਅਨੁਪਾਤ ਪਾਇਆ ਜਾਂਦਾ ਹੈ। ਇਸ ਕਰਕੇ ਇਸ ਦਾ ਆਨਸਰ ਬੀ ਆਪਸ਼ਨ ਹਰਿਆਣਾ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 32, ਰੋਹਨ ਅਤੇ ਰਾਜਦੀਪ ਕੱਲ੍ਹ ਸਮਾਜਿਕ ਵਿਗਿਆਨ ਦੇ ਪੀਰੀਅਡ ਦੌਰਾਨ ਆਪਸ ਵਿੱਚ ਬਹਿਸ ਕਰਨ ਲੱਗੇ ਕਿ ਭਾਰਤ ਦੀ ਜਨਸੰਖਿਆ ਦੀ ਸਭ ਤੋਂ ਘੱਟ ਘਣਤਾ ਵਾਲਾ ਰਾਜ ਕਿਹੜਾ ਹੈ। ਉਹਨਾਂ ਨੂੰ ਸਾਡੇ ਅਧਿਆਪਕ ਜੀ ਨੇ ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੱਸ ਕੇ ਸ਼ਾਂਤ ਕੀਤਾ। ਬੇਟੇ ਇਸ ਦਾ ਆਨਸਰ ਹੈ ਡੀ ਆਪਸ਼ਨ ਅਰੁਣਾਚਲ ਪ੍ਰਦੇਸ਼, ਕਿਉਂਕਿ ਅਰੁਣਾਚਲ ਪ੍ਰਦੇਸ਼ ਵਿੱਚ ਸਭ ਤੋਂ ਘੱਟ ਘਣਤਾ ਮਿਲਦੀ ਹੈ ਅਤੇ ਉਹ ਕੇਵਲ ਮਾਤਰ 17 ਵਿਅਕਤੀ ਹੈ।
ਪ੍ਰਸ਼ਨ ਨੰਬਰ 33। ਹਰਪ੍ਰੀਤ ਦੇ ਪਿਤਾ ਜਲੰਧਰ ਵਿਖੇ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ, ਜਿੱਥੇ ਉਹਨਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਨਖਾਹ ਮਿਲਦੀ ਹੈ। ਵਿਦਿਆਰਥੀਓ, ਅਰਥ ਸ਼ਾਸਤਰ ਵਿੱਚ ਕਿਸੇ ਦੇਸ਼ ਦੀ ਇੱਕ ਖਾਸ ਸਾਲ ਦੀ ਰਾਸ਼ਟਰੀ ਆਮਦਨ ਨੂੰ ਜਨਸੰਖਿਆ ਨਾਲ ਭਾਗ ਦੇਣ 'ਤੇ ਜਿਹੜੀ ਆਮਦਨ ਪ੍ਰਾਪਤ ਹੁੰਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਬੀ ਆਪਸ਼ਨ ਪ੍ਰਤੀ ਵਿਅਕਤੀ ਆਮਦਨ, ਕਿਉਂਕਿ ਕਿਸੇ ਇੱਕ ਖਾਸ ਸਾਲ ਦੀ ਰਾਸ਼ਟਰੀ ਆਮਦਨ ਨੂੰ ਜਨਸੰਖਿਆ ਨਾਲ ਭਾਗ ਦੇਣ 'ਤੇ ਪ੍ਰਤੀ ਵਿਅਕਤੀ ਆਮਦਨ ਪ੍ਰਾਪਤ ਹੁੰਦੀ ਹੈ। ਪ੍ਰਸ਼ਨ ਨੰਬਰ 34। ਮੇਰੇ ਦੋਸਤ ਦੇ ਪਿਤਾ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹਨ। ਉਹਨਾਂ ਨੂੰ ਹਰ ਸਾਲ ਆਪਣੀ ਤਨਖਾਹ ਦਾ ਇੱਕ ਹਿੱਸਾ ਟੈਕਸ ਯਾਨੀ ਕਰ ਦੇ ਰੂਪ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਹੈ। ਬੱਚਿਓ, ਇਸ ਟੈਕਸ ਜਾਂ ਕਰ ਨੂੰ ਕਿਹੜਾ ਟੈਕਸ ਜਾਂ ਕਰ ਕਿਹਾ ਜਾਂਦਾ ਹੈ? ਬੀ ਆਪਸ਼ਨ ਆਮਦਨ ਕਰ, ਕਿਉਂਕਿ ਬੇਟੇ ਤਨਖਾਹ ਕਿਸੇ ਵਿਅਕਤੀ ਦੀ ਆਮਦਨ ਦਾ ਹਿੱਸਾ ਹੈ, ਇਸ ਕਰਕੇ ਇਸ ਉੱਤੇ ਲੱਗਣ ਵਾਲਾ ਕਰ ਆਮਦਨ ਕਰ ਕਹਾਉਂਦਾ ਹੈ। ਪ੍ਰਸ਼ਨ ਨੰਬਰ 35। ਸ਼ਾਸਨ ਪ੍ਰਬੰਧ ਚਲਾਉਣਾ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਹੁੰਦਾ। ਸੰਵਿਧਾਨ ਮੁਤਾਬਕ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਮੁੱਖ ਮੰਤਰੀ, ਮੰਤਰੀ ਪਰਿਸ਼ਦ ਦਾ ਪ੍ਰਬੰਧ ਸੰਵਿਧਾਨਕ ਮੁਖੀ ਦੀ ਮਦਦ ਲਈ ਕੀਤਾ ਗਿਆ ਹੈ। ਉਸ ਮੁਖੀ ਨੂੰ ਕੀ ਕਹਿੰਦੇ ਹਨ? ਬੇਟੇ, ਪ੍ਰਸ਼ਨ ਦੇ ਮੁਤਾਬਕ ਆਪਾਂ ਨੂੰ ਰਾਜ ਸਰਕਾਰ ਬਾਰੇ ਦੱਸਿਆ ਗਿਆ ਹੈ, ਕਿਉਂਕਿ ਰਾਜਾਂ ਦੇ ਵਿੱਚ ਹੀ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਦਾ ਵਿਧਾਨ ਹੈ ਤੇ ਰਾਜ ਦੇ ਵਿੱਚ ਸੰਵਿਧਾਨਕ ਮੁਖੀ ਰਾਜਪਾਲ ਹੁੰਦਾ ਹੈ। ਇਸ ਕਰਕੇ ਬੇਟੇ ਇਸ ਪ੍ਰਸ਼ਨ ਦਾ ਸਹੀ ਉੱਤਰ ਡੀ ਆਪਸ਼ਨ ਰਾਜਪਾਲ ਬਿਲਕੁਲ ਸਹੀ ਹੈ। ਇਸ ਦੇ ਨਾਲ ਹੀ ਬੇਟੇ ਤੁਹਾਡਾ ਸੈਂਪਲ ਪੇਪਰ 1 ਇੱਥੇ ਖਤਮ ਹੋ ਜਾਂਦਾ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ।